ਵੈਲਕਮ ਫਰੈਂਡਸ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ 'ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਜੀ ਐਨਟੀਟੀ ਪ੍ਰੀ ਪ੍ਰਾਇਮਰੀ ਪੋਸਟਾਂ ਦੇ ਲਈ ਇੰਪੋਰਟੈਂਟ ਟੌਪਿਕ ਲਰਨਿੰਗ ਆਊਟਕਮਸ। ਆਓ ਸ਼ੁਰੂ ਕਰਦੇ ਹਾਂ ਜੀ। ਵੈਰੀ ਇੰਪੋਰਟੈਂਟ ਕੁਐਸਚਨਸ ਨੇ, ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਆਪਣਾ ਫਸਟ ਕੁਐਸਚਨ ਹੈ ਜੀ, ਸਿੱਖਣ ਨਤੀਜਿਆਂ ਦੀ ਮੁੱਖ ਵਿਸ਼ੇਸ਼ਤਾ ਕਿਹੜੀ ਹੈ? ਵਿਚ ਆਫ ਦਾ ਫੋਲੋਇੰਗ ਇਜ਼ ਦ ਮੇਨ ਕਰੈਕਟਰਿਸਟਿਕ ਆਫ ਲਰਨਿੰਗ ਆਊਟਕਮਸ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਡੀ ਉਪਰੋਕਤ ਸਾਰੇ ਜਿਹੜੀਆਂ ਆਪਸ਼ਨਸ ਨੇ ਬਿਲਕੁਲ ਕਰੈਕਟ ਨੇ ਜੀ। ਸਿੱਖਣ ਨਤੀਜਿਆਂ ਦੇ ਜਿਹੜੀਆਂ ਵਿਸ਼ੇਸ਼ਤਾਵਾਂ ਨੇ, ਜਿਵੇਂ ਕਿ ਇਹ ਮਾਪਣਯੋਗ ਹੁੰਦੇ ਨੇ, ਬਾਲ ਕੇਂਦਰਿਤ ਹੁੰਦੇ ਨੇ ਅਤੇ ਹਾਸਿਲ ਕਰਨਯੋਗ ਹੁੰਦੇ ਨੇ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਸਿੱਖਣ ਨਤੀਜੇ ਕਿਸ ਲਈ ਜ਼ਰੂਰੀ ਹਨ? ਲਰਨਿੰਗ ਆਊਟਕਮਸ ਆਰ ਨੈਸੈਸਰੀ ਫॉर। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਏ, ਸਿੱਖਣ ਨਤੀਜੇ ਜ਼ਰੂਰੀ ਹਨ ਇਹ ਜਾਣਨ ਦੇ ਲਈ ਕਿ ਬੱਚੇ ਨੇ ਗਿਆਨ ਦਾ ਬਾਹਰੀ ਜੀਵਨ ਦੇ ਵਿੱਚ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਂ ਨਹੀਂ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਛੋਟੀਆਂ ਮਾਸਪੇਸ਼ੀਆਂ ਗਤੀਵਿਧੀਆਂ ਕਰਵਾਉਣ ਨਾਲ ਕਿਹੜੇ ਸਿੱਖਣ ਨਤੀਜੇ ਪ੍ਰਾਪਤ ਹੁੰਦੇ ਹਨ? ਵਿਚ ਲਰਨਿੰਗ ਆਊਟਕਮ ਕੈਨ ਬੀ ਅਚੀਵਡ ਵਿਦ ਫਾਈਨ ਮੋਟਰ ਸਕਿੱਲਸ ਐਕਟੀਵਿਟੀਜ਼। ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਡੀ ਉਪਰੋਕਤ ਸਾਰੇ ਜਿਹੜੀਆਂ ਆਪਸ਼ਨਸ ਨੇ ਬਿਲਕੁਲ ਕਰੈਕਟ ਨੇ ਜੀ। ਛੋਟੀਆਂ ਮਾਸਪੇਸ਼ੀਆਂ ਗਤੀਵਿਧੀਆਂ ਕਰਵਾਉਣ ਦੇ ਨਾਲ ਇਹ ਸਿੱਖਣ ਨਤੀਜੇ ਪ੍ਰਾਪਤ ਹੁੰਦੇ ਹਨ, ਜਿਵੇਂ ਕਿ ਬੱਚੇ ਨੂੰ ਸਹੀ ਤਰ੍ਹਾਂ ਪੈਨ ਪੈਨਸਿਲ ਫੜਨਾ ਆ ਜਾਂਦਾ ਹੈ, ਅੱਖਾਂ ਅਤੇ ਹੱਥਾਂ ਵਿੱਚ ਤਾਲਮੇਲ ਬਣਦਾ ਹੈ, ਬੱਚਾ ਆਪਣੇ ਸਰੀਰ 'ਤੇ ਨਿਯੰਤਰਣ ਕਰਨ ਦੇ ਵਿੱਚ ਸਫਲ ਹੁੰਦਾ ਹੈ। ਤਾਂ ਆਪਣੀ ਆਪਸ਼ਨ ਡੀ ਬਿਲਕੁਲ ਕਰੈਕਟ ਹੈ ਜੀ। ਨੈਕਸਟ ਕੁਐਸਚਨ ਲੈਂਦੇ ਹਾਂ ਜੀ, ਸਿੱਖਣ ਨਤੀਜਿਆਂ ਨੂੰ ਮਾਪਿਆ ਜਾ ਸਕਦਾ ਹੈ। ਲਰਨਿੰਗ ਆਊਟਕਮਸ ਕੈਨ ਬੀ ਮੈਜ਼ਰਡ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸੀ, ਏ ਅਤੇ ਬੀ ਦੋਵੇਂ ਜਿਹੜੀਆਂ ਆਪਸ਼ਨਸ ਨੇ ਕਰੈਕਟ ਨੇ। ਸਿੱਖਣ ਨਤੀਜਿਆਂ ਨੂੰ ਮਾਪਿਆ ਜਾ ਸਕਦਾ ਹੈ ਗੁਣਾਤਮਕ ਢੰਗ ਨਾਲ ਵੀ ਅਤੇ ਮਾਤਰਾਤਮਿਕ ਢੰਗ ਨਾਲ। ਇਸ ਤਰ੍ਹਾਂ ਆਪਸ਼ਨ ਸੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਸਿੱਖਣ ਨਤੀਜਿਆਂ ਨੂੰ ਜਾਣਨਾ ਕਿਸ ਲਈ ਜ਼ਰੂਰੀ ਹੈ? ਟੂ ਨੋ ਅਬਾਊਟ ਲਰਨਿੰਗ ਆਊਟਕਮਸ ਇਜ਼ ਨੈਸੈਸਰੀ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਡੀ ਉਪਰੋਕਤ ਸਾਰੇ ਜਿਹੜੀਆਂ ਆਪਸ਼ਨਸ ਨੇ ਬਿਲਕੁਲ ਕਰੈਕਟ ਨੇ। ਸਿੱਖਣ ਨਤੀਜਿਆਂ ਨੂੰ ਜਾਣਨਾ ਜ਼ਰੂਰੀ ਹੈ ਅਧਿਆਪਕ ਲਈ ਵੀ, ਬੱਚਿਆਂ ਲਈ ਵੀ ਅਤੇ ਮਾਤਾ ਪਿਤਾ ਲਈ। ਅਧਿਆਪਕ ਲਈ ਜਾਣਨਾ ਜ਼ਰੂਰੀ ਹੈ ਕਿ ਬੱਚੇ ਕਿੰਨਾ ਕੁਝ ਸਿੱਖ ਚੁੱਕੇ ਹਨ, ਬੱਚਿਆਂ ਲਈ ਵੀ ਜਾਣਨਾ ਜ਼ਰੂਰੀ ਹੈ ਕਿ ਅਸੀਂ ਕੀ ਕੁਝ ਸਿੱਖਣਾ ਹੈ, ਅਤੇ ਮਾਤਾ ਪਿਤਾ ਦੇ ਲਈ ਵੀ ਇਹ ਓਨਾ ਹੀ ਜ਼ਰੂਰੀ ਹੈ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਸਿੱਖਣ ਨਤੀਜਿਆਂ ਨੂੰ ਪ੍ਰਾਪਤ ਕਰਨ ਲਈ ਸਹਾਇਕ ਸਾਧਨ ਕਿਹੜਾ ਹੈ? ਵਿਚ ਆਫ ਦਾ ਫੋਲੋਇੰਗ ਇਜ਼ ਹੈਲਪਫੁਲ ਟੂ ਅਚੀਵ ਲਰਨਿੰਗ ਆਊਟਕਮਸ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ ਸਾਰੀਆਂ ਆਪਸ਼ਨਸ ਬਿਲਕੁਲ ਕਰੈਕਟ ਨੇ। ਸਿੱਖਣ ਨਤੀਜਿਆਂ ਨੂੰ ਪ੍ਰਾਪਤ ਕਰਨ ਦੇ ਲਈ ਇਹ ਜਿਹੜੇ ਸਹਾਇਕ ਸਾਧਨ ਨੇ, ਜਿਵੇਂ ਕਿ ICT ਦਾ ਪ੍ਰਯੋਗ, ਸਕੂਲ ਦੇ ਭੌਤਿਕ ਸਾਧਨ, ਗਤੀਵਿਧੀ ਆਧਾਰਿਤ ਸਿੱਖਣ ਐਕਟੀਵਿਟੀ ਬੇਸਡ ਲਰਨਿੰਗ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਫਰੈਂਡਸ, ਜੇਕਰ ਵੀਡੀਓ ਵਧੀਆ ਲੱਗ ਰਹੀ ਹੋਵੇ ਤਾਂ ਪਲੀਜ਼ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਆਪਾਂ ਨੈਕਸਟ ਕੁਐਸਚਨ ਲੈਂਦੇ ਹਾਂ ਜੀ, ਸਿੱਖਣ ਨਤੀਜਿਆਂ ਬਾਰੇ ਕਿਹੜਾ ਕਥਨ ਸਹੀ ਨਹੀਂ ਹੈ? ਵਿਚ ਸਟੇਟਮੈਂਟ ਇਜ਼ ਨਾਟ ਕਰੈਕਟ ਅਬਾਊਟ ਲਰਨਿੰਗ ਆਊਟਕਮਸ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਏ, ਅਧਿਆਪਕ ਦੇ ਦ੍ਰਿਸ਼ਟੀਕੋਣ ਤੋਂ ਲਿਖੇ ਜਾਂਦੇ ਹਨ ਇਹ ਜਿਹੜਾ ਸਟੇਟਮੈਂਟ ਹੈ ਜੀ, ਇਹ ਸਿੱਖਣ ਨਤੀਜਿਆਂ ਦੇ ਬਾਰੇ ਸਹੀ ਨਹੀਂ ਹੈ। ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਬਾਕੀ ਦੇ ਜਿਹੜੀਆਂ ਸਟੇਟਮੈਂਟਸ ਨੇ ਉਹ ਸਿੱਖਣ ਨਤੀਜਿਆਂ ਦੇ ਬਾਰੇ ਸਹੀ ਨੇ, ਜਿਸ ਤਰ੍ਹਾਂ ਕਿ ਵਿਦਿਆਰਥੀ ਦੇ ਦ੍ਰਿਸ਼ਟੀਕੋਣ ਤੋਂ ਲਿਖੇ ਜਾਂਦੇ ਹਨ, ਇਹ ਬੱਚੇ ਦੀ ਉਮਰ ਅਤੇ ਜਮਾਤ ਅਨੁਸਾਰ ਨਿਰਧਾਰਿਤ ਕੀਤੇ ਜਾਂਦੇ ਹਨ, ਇਹ ਨਿਰੀਖਣਯੋਗ ਹੋਣੇ ਚਾਹੀਦੇ ਹਨ, ਅਬਜ਼ਰਵੇਬਲ ਹੋਣੇ ਚਾਹੀਦੇ ਹਨ ਜੀ। ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਇੱਕ ਅਧਿਆਪਕ ਦੁਆਰਾ ਬੱਚਿਆਂ ਨੂੰ ਸਮਾਨਾਰਥਕ ਸ਼ਬਦ ਬਾਰੇ ਜਾਣਕਾਰੀ ਦਿੱਤੀ ਗਈ, ਕਿਹੜਾ ਸਿੱਖਣ ਨਤੀਜਾ ਇਸ ਨਾਲ ਸੰਬੰਧਿਤ ਹੋ ਸਕਦਾ ਹੈ? ਅ ਟੀਚਰ ਟੌਟ ਸਿਨੋਨੀਮਸ ਟੂ ਚਿਲਡਰਨ, ਵਿਚ ਲਰਨਿੰਗ ਆਊਟਕਮ ਕੈਨ ਬੀ ਰਿਲੇਟਡ ਟੂ ਦਿਸ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ, ਬੱਚਿਆਂ ਨੇ ਉਹਨਾਂ ਸਮਾਨਾਰਥਕ ਸ਼ਬਦਾਂ ਦੀ ਵਰਤੋਂ ਪਹਿਰਾ ਰਚਨਾ ਦੇ ਵਿੱਚ ਕਰਨੀ ਸ਼ੁਰੂ ਕਰ ਦਿੱਤੀ। ਇਹ ਜਿਹੜਾ ਸਿੱਖਣ ਨਤੀਜਾ ਹੈ ਇਸ ਦੇ ਨਾਲ ਸੰਬੰਧਿਤ ਹੋ ਸਕਦਾ ਹੈ ਜੀ। ਜਿਹੜੀ ਆਪਸ਼ਨ ਏ ਹੈ ਜੀ, ਬੱਚਿਆਂ ਨੂੰ ਸਮਾਨਾਰਥਕ ਸ਼ਬਦਾਂ ਬਾਰੇ ਗਿਆਨ ਹੋ ਗਿਆ, ਇਹ ਸਿੱਖਣ ਉਦੇਸ਼ ਹੈ ਜੀ, ਲਰਨਿੰਗ ਆਬਜੈਕਟਿਵ ਹੈ। ਪਰ ਜੇਕਰ ਆਪਾਂ ਗੱਲ ਕਰੀਏ ਲਰਨਿੰਗ ਆਊਟਕਮ ਦੀ ਤਾਂ ਆਪਸ਼ਨ ਬੀ ਕਰੈਕਟ ਹੈ ਜੀ, ਬੱਚਿਆਂ ਨੇ ਉਹਨਾਂ ਸਮਾਨਾਰਥਕ ਸ਼ਬਦਾਂ ਦੀ ਵਰਤੋਂ ਪਹਿਰਾ ਰਚਨਾ ਦੇ ਵਿੱਚ ਕਰਨੀ ਸ਼ੁਰੂ ਕਰ ਦਿੱਤੀ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਸਿੱਖਣ ਨਤੀਜਿਆਂ ਦਾ ਮੁਲਾਂਕਣ ਕਿਉਂ ਜ਼ਰੂਰੀ ਹੈ? 'ਵਾਈ ਇਜ਼ ਇਟ ਨੈਸੈਸਰੀ ਟੂ ਅਸੈਸ ਲਰਨਿੰਗ ਆਊਟਕਮਸ'।
ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਏ। ਬੱਚੇ ਨੇ ਗਿਆਨ ਨੂੰ ਸਕੂਲ ਦੇ ਬਾਹਰ ਦੇ ਜੀਵਨ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਸਿੱਖਣ ਨਤੀਜਿਆਂ ਦੇ ਮੁਲਾਂਕਣ ਇਸ ਲਈ ਜ਼ਰੂਰੀ ਹੈ ਕਿਉਂਕਿ ਗਿਆਨ ਨੂੰ ਸਕੂਲ ਦੇ ਬਾਹਰ ਦੇ ਜੀਵਨ ਦੇ ਨਾਲ ਜੋੜਨ ਲਈ ਇਹ ਜ਼ਰੂਰੀ ਹੈ। ਇਸ ਤਰ੍ਹਾਂ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਅਭਿਆਸ ਦੇ ਚੱਕਰ ਵਿੱਚ ਸਿੱਖਣ ਨਤੀਜਿਆਂ ਤੋਂ ਬਾਅਦ ਕੀ ਹੁੰਦਾ ਹੈ? ਇਨ ਦ ਸਾਈਕਲ ਆਫ ਪ੍ਰੈਕਟਿਸ ਵਟ ਕਮਜ਼ ਆਫਟਰ ਲਰਨਿੰਗ ਆਊਟਕਮ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ, ਪਾਠ ਦੇ ਉਦੇਸ਼ ਅਤੇ ਯੋਜਨਾ ਹੁੰਦੇ ਹਨ ਜੀ। ਇਸ ਤੋਂ ਬਾਅਦ ਅਭਿਆਸ ਦੇ ਚੱਕਰ ਵਿੱਚ ਸਿੱਖਣ ਨਤੀਜਿਆਂ ਤੋਂ ਬਾਅਦ ਪਾਠ ਦੇ ਉਦੇਸ਼ ਅਤੇ ਯੋਜਨਾ ਹੁੰਦੇ ਹਨ। ਇਸ ਤਰ੍ਹਾਂ ਆਪਸ਼ਨ ਸੀ ਕਰੈਕਟ ਹੈ ਜੀ। ਨੈਕਸਟ ਕੁਐਸਚਨ ਲੈਂਦੇ ਹਾਂ ਜੀ। ਸਿੱਖਣ ਦੇ ਨਤੀਜੇ ਦਾ ਫਾਰਮੂਲਾ ਕੀ ਹੈ? ਵਾਟ ਇਜ਼ ਦ ਫਾਰਮੂਲਾ ਫॉर ਲਰਨਿੰਗ ਆਊਟਕਮਸ। ਤਾਂ ਆਪਣਾ ਇਸ ਕੁਐਸਚਨ ਦੇ ਅਕੋਰਡਿੰਗ ਸਹੀ ਉੱਤਰ ਹੈ ਜੀ ਆਪਸ਼ਨ ਏ, ਕਿਰਿਆ ਜਾਂ ਕਿਰਿਆ ਪੈਰਾ। ਕੀ, ਕਿਉਂ, ਕਿਵੇਂ। ਜਦੋਂ ਇੱਕ ਅਧਿਆਪਕ ਦੇ ਦੁਆਰਾ ਪਾਠ ਯੋਜਨਾ ਤਿਆਰ ਕੀਤੀ ਜਾਂਦੀ ਹੈ ਤਾਂ ਜਿਹੜੇ ਲਰਨਿੰਗ ਆਊਟਕਮਸ ਨੇ, ਸਿੱਖਣ ਨਤੀਜੇ, ਉਹ ਵੀ ਨਿਰਧਾਰਿਤ ਕੀਤੇ ਜਾਂਦੇ ਹਨ। ਤਾਂ ਉਹ ਜਿਹੜੇ ਸਿੱਖਣ ਨਤੀਜੇ ਲਿਖਣ ਦੇ ਲਈ ਜਿਹੜਾ ਫਾਰਮੂਲਾ ਵਰਤਿਆ ਜਾਂਦਾ ਹੈ ਜੀ, ਉਹ ਕਿਰਿਆ ਜਾਂ ਕਿਰਿਆ ਪੈਰਾ ਪਲੱਸ ਕੀ, ਕਿਉਂ ਅਤੇ ਕਿਵੇਂ, ਇਹ ਜਿਹੜਾ ਫਾਰਮੂਲਾ ਯੂਜ਼ ਕੀਤਾ ਜਾਂਦਾ ਹੈ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਬਲੂਮਜ਼ ਟੈਕਸੋਨੋਮੀ ਸਿੱਖਣ ਨਤੀਜਿਆਂ ਨੂੰ ਸਮਝਣ ਦੇ ਵਿੱਚ ਸਹਾਇਤਾ ਨਹੀਂ ਕਰਦੀ। ਬਲੂਮਜ਼ ਟੈਕਸੋਨੋਮੀ ਡਜ਼ ਨਾਟ ਹੈਲਪ ਇਨ ਅੰਡਰਸਟੈਂਡਿੰਗ ਲਰਨਿੰਗ ਆਊਟਕਮਸ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ, ਇਹ ਗਲਤ ਹੈ ਜੀ। ਬਲੂਮਜ਼ ਟੈਕਸੋਨੋਮੀ ਸਿੱਖਣ ਨਤੀਜਿਆਂ ਨੂੰ ਸਮਝਣ ਦੇ ਵਿੱਚ ਸਹਾਇਤਾ ਕਰਦੀ ਹੈ, ਪਰ ਇੱਥੇ ਕਿਹਾ ਗਿਆ ਹੈ ਕਿ ਨਹੀਂ ਕਰਦੀ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਸਿੱਖਣ ਦੇ ਕਿਹੜੇ ਖੇਤਰ ਨੂੰ ਵਿਕਸਿਤ ਕਰਨਾ ਅਤੇ ਮਾਪਣਾ ਸਭ ਤੋਂ ਵੱਧ ਚੁਣੌਤੀਪੂਰਨ ਹੈ? ਵਿਚ ਡੋਮੇਨ ਆਫ ਲਰਨਿੰਗ ਇਜ਼ ਦ ਮੋਸਟ ਚੈਲੰਜਿੰਗ ਟੂ ਡਿਵੈਲਪ ਐਂਡ ਮੈਜਰ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ, ਇਫੈਕਟਿਵ ਡੋਮੇਨ। ਭਾਵਨਾਤਮਿਕ ਜਿਹੜਾ ਖੇਤਰ ਹੈ ਜੀ ਸਿੱਖਣ ਦਾ, ਉਸ ਨੂੰ ਵਿਕਸਿਤ ਕਰਨਾ ਅਤੇ ਮਾਪਣਾ ਸਭ ਤੋਂ ਵੱਧ ਚੁਣੌਤੀਪੂਰਨ ਹੈ ਜੀ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਮੁਲਾਂਕਣ ਦੀ ਰੂਪਰੇਖਾ ਤਿਆਰ ਕਰਦੇ ਸਮੇਂ ਇੱਕ ਅਧਿਆਪਕ ਨੂੰ ਕਿਸ ਦੇ ਮੁਲਾਂਕਣ 'ਤੇ ਫੋਕਸ ਕਰਨਾ ਚਾਹੀਦਾ ਹੈ? ਵੈਨ ਡਿਜ਼ਾਈਨਿੰਗ ਅਸੈਸਮੈਂਟਸ ਅ ਟੀਚਰ ਸ਼ੁੱਡ ਫੋਕਸ ਔਨ ਵਾਟ ਡੈਸ਼ ਟੂ ਅਸੈਸ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਬੀ, ਸਿੱਖਣ ਨਤੀਜੇ ਹਨ ਜਿਹੜੇ ਉਹ ਪ੍ਰਾਪਤ ਕਰਨੇ ਹਨ ਜੀ, ਅਚੀਵ ਕਰਨੇ ਹਨ, ਉਹਨਾਂ ਦੇ ਉੱਪਰ ਫੋਕਸ ਕਰਨਾ ਚਾਹੀਦਾ ਹੈ ਜੀ। ਮੁਲਾਂਕਣ ਦੀ ਰੂਪਰੇਖਾ ਤਿਆਰ ਕਰਦੇ ਸਮੇਂ ਇੱਕ ਅਧਿਆਪਕ ਨੂੰ ਸਿੱਖਣ ਨਤੀਜੇ ਦੇ ਮੁਲਾਂਕਣ 'ਤੇ ਫੋਕਸ ਕਰਨਾ ਚਾਹੀਦਾ ਹੈ ਜੀ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ। ਨੈਕਸਟ ਕੁਐਸਚਨ ਲੈਂਦੇ ਹਾਂ ਜੀ। ਮੁਲਾਂਕਣ ਲਈ ਸਾਧਨ ਚੁਣਦੇ ਸਮੇਂ ਇੱਕ ਅਧਿਆਪਕ ਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ? ਦ ਕੀ ਪੁਆਇੰਟ ਟੂ ਨੋਟ ਵੈਨ ਕ੍ਰੀਏਟਿੰਗ ਅਸੈਸਮੈਂਟ ਆਈਟਮ ਇਜ਼। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਏ, ਕਿਹੜੇ ਸਿੱਖਣ ਨਤੀਜੇ ਦਾ ਮੁਲਾਂਕਣ ਕਰਨਾ ਹੈ। ਮੁਲਾਂਕਣ ਲਈ ਸਾਧਨ ਚੁਣਦੇ ਸਮੇਂ ਇੱਕ ਅਧਿਆਪਕ ਨੂੰ ਇਹ ਗੱਲ 'ਤੇ ਧਿਆਨ ਰੱਖਣਾ ਚਾਹੀਦਾ ਹੈ ਜੀ, ਕਿਹੜੇ ਸਿੱਖਣ ਨਤੀਜੇ ਦਾ ਮੁਲਾਂਕਣ ਕਰਨਾ ਹੈ। ਤਾਂ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਹਿਦਾਇਤੀ ਡਿਜ਼ਾਈਨ ਦੇ ਕਿੰਨੇ ਹਿੱਸੇ ਹਨ? ਹਾਊ ਮੈਨੀ ਪਾਰਟਸ ਆਰ ਦੇਅਰ ਇਨ ਇੰਸਟਰਕਸ਼ਨਲ ਡਿਜ਼ਾਈਨ। ਤਾਂ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ, 5 ਹਿੱਸੇ ਹਨ ਜੀ ਹਿਦਾਇਤੀ ਡਿਜ਼ਾਈਨ ਦੇ, ਇੰਸਟਰਕਸ਼ਨਲ ਡਿਜ਼ਾਈਨ ਦੇ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ। ਨੈਕਸਟ ਕੁਐਸਚਨ ਲੈਂਦੇ ਹਾਂ ਜੀ। ਹਿਦਾਇਤੀ ਡਿਜ਼ਾਈਨ ਦੇ 5 ਹਿੱਸੇ ਕਿਹੜੇ ਹਨ? ਵਿਚ ਆਰ ਦਾ 5 ਪਾਰਟਸ ਆਫ ਇੰਸਟਰਕਸ਼ਨਲ ਡਿਜ਼ਾਈਨ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ, ਹਦਾਇਤੀ ਡਿਜ਼ਾਈਨ ਦੇ ਜਿਹੜੇ 5 ਹਿੱਸੇ ਹਨ ਜੀ, ਉਹ ਸਿੱਖਣ ਨਤੀਜੇ, ਪਾਠਕ੍ਰਮ, ਅਧਿਆਪਨ, ਮੁਲਾਂਕਣ ਅਤੇ ਮਾਪਦੰਡ ਹਨ ਜੀ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ। ਫਰੈਂਡਸ, ਇਸ ਦੇ ਨਾਲ ਹੀ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ। ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਨੈਕਸਟ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਜੀ। ਥੈਂਕ ਯੂ ਫਾਰ ਵਾਚਿੰਗ।